जियो। तुमरे गुण क्या कहाँ मेरे सतगुरा, जब गुर बोले तब विषम होए जाए। हम जैसे अपराधी अवर कोई राखे, जैसे हम सतगुर राख लिए छड़ाए। बाणी गुरु गुरु है बाणी, विच बाणी अमृत सारे। गुरबाणी कह सेवक जन मानै, पर तख गुरु निस्तारे। गुरबाणी कह सेवक जन मानै, पर तख गुरु निस्तारे। धन धन श्री गुरु गुरु ग्रंथ साहिब जी महाराज कुल जहान दे मालिक, सरब सुखां दे दाते, शबद गुरु तकत ते विराजमान सतगुरु श्री गुरु ग्रंथ साहिब जी महाराज, तिन्हां दी पवित्र हजूरी विच जुड़ मिल बैठे गुरु प्यारे सवारे संगत जीओ। सतगुरां जी दी किरपा मिरामत होई है। आप संगतां सतगुरु जी दे पावन पहले प्रकाश गुरपुरब नूं सतगुरां जी दी बाणी नूं पढ़दियां सुणदियां विचारदियां अते मनदियां होइयां मना रहे हो। सतगुरु पातशाह किरपा करन साडिया गाविया सुनिया थाई पवे। विचारा आरंभण तो पहला आप जिया ने गुरु घर के कीर्तनिया पासों दोहरे दे रूप विच शब्द श्रवण किया है। आओ सतगुरु जी तो आग्ञा लईए। विचारा आरंभण तो पहला जितने माई पाई गुरु दरबार बैठे हो, अपने मनोबिरतियां एकागर करो जी। रसना पवित्र करो, आखो सतनाम वाहिगुरु सतनाम। सतनाम वाहिगुरु सतनाम। सतनाम वाहिगुरु सतनाम। सतनाम वाहिगुरु सतनाम। वाहिगुरु 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 वाहिगुरु
ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਿਨਾਮ ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪੂਰਨਤਾ ਪ੍ਰਕਾਸ਼ ਗੁਰਪੁਰਬ, ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਮਨਾ ਰਹੇ ਹੋ ਤੁਸੀਂ। ਦੁਨੀਆ ਦੇ ਅੰਦਰ ਗ੍ਰੰਥ ਤਾਂ ਬਹੁਤ ਸਨ, ਜਿਵੇਂ ਕਿ ਕੁਰਾਨ, ਰਾਮਾਇਣ, ਬਾਈਬਲ, ਗੀਤਾ। ਸ਼ਬਦ ਤਾਂ ਪਹਿਲੇ ਵੀ ਸੀ। ਜਦੋਂ ਅਸੀਂ ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ, 1170 ਵਿੱਚ ਬਾਬਾ ਜੈਦੇਵ ਜੀ ਹੋਏ ਨੇ, ਭਗਤ ਜੈਦੇਵ ਜੀ। 72 ਦੇ ਲਗਭਗ 1100 ਈਸਵੀ ਵਿੱਚ ਗੁਰੂ ਨਾਨਕ ਸਾਹਿਬ 1400 ਵਿੱਚ ਹੋਏ ਨੇ, ਉਹ 1100 ਦੇ ਵਿੱਚ। ਬਾਬਾ ਫਰੀਦ ਸਾਹਿਬ ਜੀ ਵੀ 1100 ਈਸਵੀ ਦੇ ਵਿੱਚ ਸ਼ਬਦ ਉਹਨਾਂ ਦਾ ਵੀ ਸੀ, ਜਿਵੇਂ ਆਪ ਜੀ ਸ਼ਲੋਕ ਪੜ੍ਹਦੇ ਹੋ। ਦੁਨੀਆ ਦੇ ਅੰਦਰ ਸ਼ਬਦ, ਧਾਰਮਿਕ ਗ੍ਰੰਥ ਪਹਿਲਾਂ ਵੀ ਬਹੁਤ ਸਨ, ਪਰ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਧਰਤੀ ਤੇ ਆਏ, ਜਿੱਥੇ ਜਿੱਥੇ ਬਾਬਾ ਜੀ ਨੇ ਆਪਣੇ ਮੁਬਾਰਕ ਚਰਨ ਪਾਏ, ਜਿੱਥੇ ਵੀ ਗਏ, ਚਾਹੇ ਉਹ ਸੱਜਣ ਕੋਲ ਜਾਂਦੇ ਸਨ, ਸੱਜਣ ਨੂੰ ਸ਼ਬਦ ਦੇ ਨਾਲ ਤਬਦੀਲ ਕੀਤਾ। ਸਭ ਤੋਂ ਵਿਲੱਖਣਤਾ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਿਹੜੀ ਵਿਚਾਰ ਹੈ, ਉਹ ਆਕਾਰ ਦੇ ਨਾਲ ਨਹੀਂ, ਉਹ ਵਿਚਾਰ ਦੇ ਨਾਲ ਜੋੜਦੀ ਹੈ। ਹੋਰ ਤੁਸੀਂ ਧਾਰਮਿਕ ਧਰਮ ਵਿੱਚ ਵੇਖਿਆ ਹੋਣਾ, ਉੱਥੇ ਬਹੁਤੀ ਵਿਚਾਰ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ, ਜਿੱਥੇ ਆਕਾਰ ਨੂੰ ਦਿੱਤੀ ਜਾਂਦੀ ਹੈ। ਜਿਵੇਂ ਕਿ ਤੁਸੀਂ ਵੇਖੋ, ਜਿਨ੍ਹਾਂ ਰਾਮ ਜੀ ਦਾ ਸਤਿਕਾਰ ਹੁੰਦਾ ਹੈ ਨਾ, ਇਹਨਾਂ ਰਮਾਇਣ ਨੂੰ ਨਹੀਂ ਜਪਿਆ ਜਾਂਦਾ। ਜਿਨ੍ਹਾਂ ਗੀਤਾ ਨੂੰ ਪੜ੍ਹਿਆ ਜਾਂਦਾ ਹੈ, ਬਹੁਤ ਘੱਟ। ਤਸਵੀਰਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਨੇ, ਕਹਿ ਲਈਏ ਇਸ ਭਾਵ ਨਾਲ। ਇਸਲਾਮਿਕ ਜਗਤ ਦੇ ਵਿੱਚ ਉਹ ਕੁਰਾਨਾਂ ਨੂੰ ਜ਼ਰੂਰ ਪੜ੍ਹਦੇ ਨੇ, ਆਇਤਾਂ ਜ਼ਰੂਰ ਪੜ੍ਹਦੇ ਨੇ। ਪਰ ਗੁਰੂ ਕੇ ਪਿਆਰਿਓ, ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਗਏ, ਉਹ ਵੀ ਤੇ ਜਦੋਂ ਜਿਹੜੇ ਲੋਕ ਸਨ, ਉਹਨਾਂ ਨੇ ਕਿਹਾ ਹੋਣਾ, ਬਾਬਾ ਜੀ ਸਾਨੂੰ ਇੱਕ ਤੁਹਾਡੀ ਤਸਵੀਰ ਦੇ ਦਿਓ। ਮਹਾਰਾਜ ਨੇ ਪੁੱਛਿਆ ਹੋਣਾ ਵੀ ਕੀ ਕਰੋਗੇ? ਸਾਨੂੰ ਵੀ ਤਾਂ ਇੰਝ ਲੱਗਦਾ ਨਾ, ਚੰਗੀ ਲੱਗਦੀ, ਅਸੀਂ ਵੀ ਘਰ ਲੈ ਆਉਂਦੇ ਹਾਂ। ਉਹਨਾਂ ਨੇ ਵੀ ਕਿਹਾ ਹੋਣਾ, ਬਾਬਾ ਜੀ ਤੁਹਾਡੀ ਤਸਵੀਰ ਦੇ ਦਿਓ, ਬੜੀ ਸੋਹਣੀ ਹੈ ਤੁਹਾਡੀ ਤਸਵੀਰ, ਬੜੇ ਸੋਹਣੇ ਹੋ ਤੁਸੀਂ। ਮਹਾਰਾਜ ਕਹਿੰਦੇ ਤਸਵੀਰ ਨੂੰ ਕਰਨਾ ਕੀ ਹੈ? ਤੁਹਾਡੇ ਦਰਸ਼ਨ ਕਰਿਆ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਜੇ ਤਸਵੀਰ ਰਾਹੀਂ ਦਰਸ਼ਨ ਦਿੰਦੇ ਨਾ, ਤੇ ਸਾਰਿਆਂ ਨੂੰ ਕਰ ਕਰਕੇ ਇੱਕ ਤਸਵੀਰ ਦੇ ਦਿੰਦੇ। ਮਹਾਰਾਜ ਕਹਿੰਦੇ ਨਹੀਂ, ਤਸਵੀਰ ਦੇ ਨਾਲ ਨਹੀਂ, ਆਕਾਰ ਦੇ ਨਾਲ ਨਹੀਂ, ਵਿਚਾਰ ਦੇ ਨਾਲ ਜੁੜੋ। ਆਕਾਰ ਅੱਜ ਹੈ, ਕੱਲ ਬਿਨਸ ਜਾਏਗਾ, ਪਰ ਵਿਚਾਰ ਕਦੇ ਬਿਨਸਦੀ ਨਹੀਂ, ਧਿਆਨ ਰੱਖਣਾ ਜੀ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਵੀ ਜਾਂਦੇ ਸਨ, ਸਭ ਨੂੰ ਵਿਚਾਰ ਦੇ ਨਾਲ ਜੋੜਦੇ ਸਨ। ਬੇਨਤੀ ਕਰਾਂ,
ਸ਼ਬਦ ਪਹਿਲੇ ਵੀ ਸੀ ਧਾਰਮਿਕ ਗ੍ਰੰਥਾਂ ਦੇ ਵਿੱਚ। ਇੱਕੋ ਇੱਕ ਰਹਿਬਰ ਹੋਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ, ਜਿਨ੍ਹਾਂ ਨੇ ਸ਼ਬਦ ਨੂੰ ਕੀ ਆਖਿਆ ਜੀ? ਗੁਰੂ। ਸ਼ਬਦ ਨੂੰ ਕੀ ਆਖਿਆ? ਗੁਰੂ। ਜਦੋਂ ਜੋਗੀਆਂ ਦੇ ਨਾਲ ਸਿੱਧ ਗੋਸ਼ਟ ਹੁੰਦੀ ਹੈ, ਸਿੱਧਾਂ ਦੇ ਨਾਲ ਡਿਬੇਟ ਹੁੰਦੀ ਹੈ, ਸਤਿਗੁਰੂ ਜੀ ਦੀ ਵਿਚਾਰ ਹੁੰਦੀ ਹੈ ਨਾ, ਤੇ ਉਹਨਾਂ ਜੋਗੀਆਂ ਸਿੱਧਾਂ ਨੇ ਪੁੱਛਿਆ ਸੀ ਤੁਹਾਡਾ ਗੁਰੂ ਕੌਣ ਹੈ? ਕਮਾਲ ਦੀ ਗੱਲ, ਨਾਲ ਭਾਈ ਮਰਦਾਨਾ ਜੀ। ਜੇ ਅੱਜ ਕੱਲ੍ਹ ਦੇ ਬਾਬੇ ਹੁੰਦੇ ਤੇ ਨਾਲ ਜਿਹੜੇ ਚੇਲੇ ਚਾਟੇ ਸਨ ਉਹ ਦਿਖਾ ਦਿੰਦੇ ਇਹੀ ਬਾਬਾ ਹੈ ਜੀ, ਤੁਹਾਨੂੰ ਦਿਖਦਾ ਨਹੀਂ ਹੈ। ਤੁਸੀਂ ਕਿੱਥੇ ਵੀ ਪੜ੍ਹ ਕੇ ਵੇਖ ਲਿਓ, ਗੁਰਬਾਣੀ ਪੜ੍ਹਨ ਵਾਲੇ ਸਾਰੇ ਸੱਜਣ ਬੈਠੇ ਹੋ, ਕਿਤੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਮੈਨੂੰ ਗੁਰੂ ਕਹੋ ਤੁਸੀਂ। ਉੱਥੇ ਇਹ ਕਿਹਾ ਕਿ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਮੇਰੀ ਜਿਹੜੀ ਸੁਰਤ ਹੈ ਉਹ ਸਿੱਖ ਹੈ, ਔਰ ਸ਼ਬਦ ਹੈ ਜਿਹੜਾ ਗੁਰੂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਠਾ ਕੀਤਾ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਤੇ ਆਣਾ ਹੈ। ਗੁਰੂ ਕੇ ਪਿਆਰਿਓ, ਸਾਰੀ ਬਾਣੀ ਨੂੰ ਇਕੱਠਾ ਕੀਤਾ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜਾਂਦੇ ਸਨ ਉਹਨਾਂ ਕੋਲ ਹੱਥ ਵਿੱਚ ਡੰਡਾ ਸੀ ਤੇ ਪੋਥੀ ਸੀ। ਜਿਵੇਂ ਸੱਜਣ ਜੀ ਕੋਲ ਗਏ, ਸੱਜਣ ਨੂੰ ਸ਼ਬਦ ਬਖਸ਼ਿਸ਼ ਕਰ ਦਿੱਤਾ। ਉਹ ਸ਼ਬਦ ਭਾਈ ਮਨਸੁਖ, ਭਾਈ ਭਗੀਰਥ, ਐਸੇ ਗੁਰਸਿੱਖਾਂ ਨੇ ਕਾਪੀ ਵਿੱਚ ਲਿਖ ਲਿਆ ਕਰਨਾ। ਗੁਰੂ ਨਾਨਕ ਸਾਹਿਬ ਨੇ ਆਪਣੀ ਉਸ ਪੋਥੀ ਦੇ ਵਿੱਚ ਸ਼ਬਦ ਨੂੰ ਲਿਖ ਲੈਣਾ। ਜਿੱਥੇ ਜਿੱਥੇ ਗਏ, ਹਰਿਦੁਆਰ ਗਏ, ਗਗਨਨਾਥ, ਜਗਰਨਾਥਪੁਰੀ ਵਿੱਚ ਗਏ, ਜਿੱਧਰ ਗੁਰੂ ਨਾਨਕ ਸਾਹਿਬ ਜਾਂਦੇ ਸਨ ਸ਼ਬਦ ਪੋਥੀ ਵਿੱਚ ਲਿਖ ਲੈਂਦੇ ਸਨ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਕਲੈਕਟ ਕੀਤਾ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ। ਭਗਤ ਫਰੀਦ ਸਾਹਿਬ ਜੀ ਦੀ ਬਾਣੀ। ਇੱਕ ਗੱਲ ਹੋਰ, ਸਭ ਤੋਂ ਵੱਡਾ ਮਹਾਨ ਕਾਰਜ ਗੁਰੂ ਨਾਨਕ ਸਾਹਿਬ ਨੇ ਇਹ ਕੀਤਾ, ਉਹਨਾਂ ਭਗਤਾਂ ਦੀ ਜਿਹੜੀ ਸੋਚ ਸੀ, ਜਿਹੜੀ ਵਿਚਾਰ ਸੀ, ਜਿਹੜੇ ਉਹਨਾਂ ਦੇ ਪਵਿੱਤਰ ਉਪਦੇਸ਼ ਸਨ, ਉਹ ਕੇਵਲ ਇੱਕ ਦਾਇਰੇ ਤੱਕ ਸੀਮਤ ਸਨ। ਉਹ ਇੱਕ ਦਾਇਰੇ ਤੱਕ ਸੀਮਤ ਰਹਿ ਗਏ ਸਨ, ਜ਼ਿਆਦਾ ਪ੍ਰਫੁੱਲਿਤ ਨਹੀਂ ਹੋ ਪਾਏ ਕਿਸੇ ਵੀ ਕਾਰਨ ਕਹਿ ਲਈਏ। ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗਦਾ ਹੈ, ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਪਵਿੱਤਰ ਉਪਦੇਸ਼ਾਂ ਨੂੰ ਇਕੱਠਾ ਕਰ ਲਿਆ। ਭਗਤ ਰਵਿਦਾਸ ਜੀ ਵਰਗੇ ਮਹਾਂਪੁਰਸ਼ਾਂ ਦਾ, ਕਬੀਰ ਸਾਹਿਬ ਵਰਗਿਆਂ ਦਾ, ਫਰੀਦ ਸਾਹਿਬ ਵਰਗਿਆਂ ਦਾ, ਜੈਦੇਵ ਜੀ, ਭਗਤ ਜੈਦੇਵ ਜੀ ਵਰਗਿਆਂ ਦੇ ਪਵਿੱਤਰ ਬੋਲਾਂ ਨੂੰ ਇਕੱਠਾ ਕਰਕੇ ਪੋਥੀ ਵਿੱਚ ਸੰਭਾਲ ਲਿਆ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਵਿਚਾਰ ਕਿਵੇਂ ਤਬਦੀਲ ਕਰਦਾ ਹੈ ਜੀਵਨ, ਦੂਜੇ ਪਾਸੇ ਅਸੀਂ ਵੇਖਦੇ ਹਾਂ ਭਾਈ ਲਹਿਣਾ ਜੀ ਆਕਾਰ ਦੇ ਕੋਲ ਤੇ ਜਾਂਦੇ ਬਹੁਤ ਸਮਾਂ ਹੋ ਗਿਆ, ਮਾਫੀ ਚਾਹਾਂਗਾ। ਬੁੱਤ ਪੂਜਕ ਸਨ, ਮੂਰਤੀਆਂ ਦੀ ਪੂਜਾ ਕਰਦੇ ਸਨ। ਕਈ ਸਾਲ ਲੰਘ ਗਏ ਆਕਾਰ ਦੇ ਕੋਲ ਜਾਂਦਿਆਂ ਜਾਂਦਿਆਂ, ਪਰ ਆਕਾਰ ਨੇ ਤਬਦੀਲ ਨਹੀਂ ਕੀਤਾ। ਤਬਦੀਲ ਕਿਹਨੇ ਕੀਤਾ? ਵਿਚਾਰ ਨੇ। ਜਦੋਂ ਭਾਈ ਜੋਧ ਜੀ ਪਾਸੋਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨ ਸੁਣੇ ਸਨ ਪਾਠ ਦੇ ਰੂਪ ਵਿੱਚ, ਮਨ ਕੀਤਾ ਕਿ ਇਹ ਜੋ ਬਚਨ ਤੁਸੀਂ ਬੋਲ ਰਹੇ ਹੋ ਇਹਨਾਂ ਦਾ ਕਰਤਾ ਕੌਣ ਹੈ, ਮੈਂ ਮਿਲਣਾ ਚਾਹੁੰਦਾ। ਉੱਥੇ ਵੀ ਵਿਚਾਰ ਨੇ ਜੀਵਨ ਨੂੰ ਤਬਦੀਲ ਕੀਤਾ ਹੈ, ਨਾ ਕਿ ਆਕਾਰ ਨੇ। ਜਦੋਂ ਅਸੀਂ ਤੀਸਰੇ ਪਾਤਸ਼ਾਹ ਦੀ ਗੱਲ ਕਰਦੇ ਹਾਂ, ਬਾਬਾ ਅਮਰਦਾਸ ਸਾਹਿਬ ਜੀ ਦੀ, ਉਹ ਵੀ ਕਈ ਸਾਲ ਤੀਰਥਾਂ ਤੇ ਜਾਂਦੇ ਨੇ, ਤੀਰਥ ਰਟਨ ਕਰਦੇ ਨੇ, ਪਰ ਸੱਚ ਜਾਣਿਓ ਜਿਸ ਦਿਨ ਆਪਣੀ ਭਤੀਜ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬੱਚੀ ਬੀਬੀ ਅਮਰੋ ਜੀ ਪਾਸੋਂ ਸ਼ਬਦ ਸੁਣਦੇ ਨੇ, ਉਦੋਂ ਬਾਬਾ ਅਮਰਦਾਸ ਜੀ ਨੇ ਵੀ ਕਿਹਾ ਕਿ ਇਸ ਸ਼ਬਦ ਦਾ ਕਰਤਾ ਕੌਣ ਹੈ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਸ਼ਬਦ ਨੇ ਜੀਵਨ ਤਬਦੀਲ ਕਰਨਾ ਹੈ, ਤਸਵੀਰਾਂ ਨੇ ਨਹੀਂ। ਤਸਵੀਰਾਂ ਬੋਲ ਕੇ ਕੁਝ ਨਹੀਂ ਆਖਦੀਆਂ, ਮਾਫੀ ਚਾਹਾਂਗਾ। ਔਰ ਜਿਨ੍ਹਾਂ ਸਾਨੂੰ ਤਸਵੀਰਾਂ ਤੋਂ, ਬੁੱਤ ਪੂਜ ਤੋਂ ਗੁਰੂ ਸਾਹਿਬ ਨੇ ਦੂਰ ਕੀਤਾ, ਮਾਫੀ ਚਾਹਾਂਗਾ, ਸੱਚ ਕਹਿਣਾ ਪਏਗਾ, ਕਿਉਂਕਿ
ਜੇ ਝੂਠ ਬੋਲਦਾ ਫਿਰ ਗੁਰੂ ਪਾਸੋਂ ਆਪਾਂ ਬੇਮੁਖ ਹੋ ਜਾਂਦੇ ਆ। ਅਸੀਂ ਗੁਰਦੁਆਰਿਆਂ ਵਿੱਚ ਵੀ ਗੁਰੂ ਸਾਹਿਬਾਨਾਂ ਦੇ ਨਾਂ ਤੇ ਉਹਨਾਂ ਦੀ ਤਸਵੀਰਾਂ ਮੜ ਦਿੱਤੀਆਂ। ਹੁਣੇ ਤੁਸੀਂ ਸੁਣ ਰਹੇ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਇਹ ਤੇ ਨਹੀਂ ਕਹਿ ਕੇ ਵੀ ਮੇਰੀ ਤਸਵੀਰਾਂ ਮੰਨ ਲਿਓ, ਕਿਉਂਕਿ ਆਕਾਰ ਕੁਝ ਬੋਲਦਾ ਨਹੀਂ, ਵਿਚਾਰ ਨੇ ਤੇ ਬੋਲ ਕੇ ਦੱਸਣਾ ਹੈ ਨਾ। ਵਿਚਾਰ ਨੇ ਤੇ ਬੋਲ ਕੇ ਦੱਸਣਾ। ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿਚਾਏ, ਪਈ ਪੀਣ ਦੇ ਨਾਲ ਮਤ ਦੂਰ ਹੋ ਗਈ। ਇਹ ਵਿਚਾਰ ਨੇ ਦੱਸਣਾ ਹੈ, ਗੁਰਬਾਣੀ ਨੇ ਦੱਸਣਾ। ਆਕਾਰ ਨੇ ਥੋੜੀ ਕਹਿਣਾ। ਆਕਾਰ ਦੇ ਮੂਹਰੇ ਤੇ ਭਾਵੇਂ ਬੋਤਲ ਖੋਲ ਕੇ ਬਹਿ ਜਾਓ, ਆਕਾਰ ਨੇ ਕੁਝ ਥੋੜੀ ਕਹਿਣਾ ਤੁਹਾਨੂੰ। ਜਦੋਂ ਰੋਜ਼ ਸਵੇਰੇ ਗੁਟਕਾ ਸਾਹਿਬ ਖੋਲ ਕੇ ਪੜੋਗੇ ਨਾ, ਸੱਚਿਆਰ ਹੋਣ ਦੀ ਗੱਲ ਗੁਰੂ ਨਾਨਕ ਸਾਹਿਬ ਕਰਨਗੇ, ਉਹ ਵਿਚਾਰ ਕਰੇਗੀ। ਧਿਆਨ ਰੱਖਣਾ ਜੀ। ਤੋ ਖੈਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰੇ ਉਹ ਭਗਤ ਬਾਣੀ ਨੂੰ ਆਪਣੇ ਕੋਲ ਇਕੱਤਰਿਤ ਕੀਤਾ। ਆਪਣੇ ਜਿਹੜੇ ਕੀਮਤੀ ਉਪਦੇਸ਼ ਸਨ ਉਹ ਸਾਰੇ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਨੇ 17 ਰਾਗਾਂ ਦੇ ਵਿੱਚ 958 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ 958 ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਪਣੀ ਕੇਵਲ ਬਾਣੀ ਹੈ। ਧਿਆਨ ਰੱਖ ਲੈਣਾ, ਸਾਰੀ ਬਾਣੀ ਗੁਰੂ ਨਾਨਕ ਸਾਹਿਬ ਉਚਾਰ ਸਕਦੇ ਸਨ, ਪਰ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ, ਭਗਤ ਸਾਹਿਬਾਨਾਂ ਦੀ ਬਾਣੀ ਔਰ ਆਪਣੇ ਸੇਵਕ ਨੂੰ ਪੋਥੀ ਦੇ ਦਿੱਤੀ। ਕਿਸ ਨੂੰ? ਭਾਈ ਲਹਿਣਾ ਜੀ ਨੂੰ, ਜੋ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਰੂਪ ਬਣ ਚੁੱਕੇ ਸਨ, ਗੁਰੂ ਅੰਗਦ ਸਾਹਿਬ ਬਣ ਚੁੱਕੇ ਸਨ। ਉਹਨੂੰ ਪਹਿਲੀ ਸਾਰੀ ਪੋਥੀ ਬਾਣੀ ਜਿਤਨੀ ਸੀ ਉਹ ਗੁਰੂ ਅੰਗਦ ਸਾਹਿਬ ਰਾਜ ਕੋਲ ਆ ਗਈ। ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਜਿੱਥੇ ਜਿੱਥੇ ਜਾ ਕੇ ਉਪਦੇਸ਼ ਕਰਦੇ ਸਨ, ਉੱਥੇ ਉੱਥੇ ਜਾ ਕੇ ਧਿਆਨ ਰੱਖ ਲੈਣਾ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਸੇਵਕ ਨੂੰ ਗੁਰਤਾ ਗੱਦੀ ਦਿੱਤੀ ਨਾ, ਉਦੋਂ ਬੜਾ ਵੱਡਾ ਇੱਕ ਰੋਲਾ ਉੱਠਿਆ। ਕਿਉਂਕਿ ਬ੍ਰਾਹਮਣ ਦੇ ਘਰ ਦਾ ਰੀਤ ਰਿਵਾਜ ਸੀ, ਪਰੰਪਰਾ ਹੈ ਉਹਨਾਂ ਦੀ कि ब्राह्मण का पुत्र ब्राह्मण गुरु है, ब्राह्मण गुरु है जगत का। परंपरा सी कि गुरु का पुत्र गुरु होएगा। हुण बाबा जेड़े लक्ष्मी दास ते श्री चंद जी सन, उन्होंने ब्राह्मण ने अपने वाल रला लिया, क्योंकि गुरु नानक साहब तो नहीं रल सकते सन। गुरु नानक साहब तो उन्होंने कह ली कि भाषा दे विच चुभते सन, क्योंकि गुरु नानक साहब ने सट्टा मारिया ने, उन्होंने विचारां ते सवाल किते ने, क्यों पखंड करते हो। हुण दूजी गल गुरु के प्यारे, जिस वेले वेख्या कि घर दी विच नहीं आई गुरता गद्दी एक सेवक नूं दे दी। ये सब तो वड्डी पिरत तोड़ी है गुरु नानक साहब ने। जरूरी नहीं कि घर दी ये जिहड़ी दात है पुत्रां नूं मिले, अपने सेवक नूं दे दी। पुत्रां विच भी मन दे विच रोस सी कि साडे बापू ने कीता की, सानू मिलनी चाहिदी सी गुरता गद्दी, असी गुरु नानक दे पुत्र हैगे आ। नहीं, जदों गुरु अंगद साहब महाराज कोल बाणी दा खजाना पहुंचदा है, गुरु अंगद साहब महाराज जी दे 63 श्लोक ने गुरु ग्रंथ साहब जी दे विच। उन्होंने सारी बाणी पोथी परमेश्वर का थान गुरु अमरदास जी नूं दित्ती। हुण उन्हां दे जिहड़े पुत्र सन, उन्हां नूं भी दुख सी भी सानू क्यों नहीं मिली गुरता गद्दी। गुरु अंगद साहब जी ने अपने सेवक बाबा अमरदास जी नूं गुरु बना लिया, क्योंकि धुर तो लिखिया सच जाना। गुरु अमरदास जी कोल जदों बाणी दी पोथियां पहुंचदियां ने, ते उस वेले एक बड़ा वड्डा सबूत साडे कोल मिलदा है। उस वेरे रल गड्ड होण दी आरंभता हो चुकी सी, जां कह ले भी कच्ची बाणी लिखनी आरंभ हो गई सी। उन्हां दी बाणी तो पता लगदा है। एवें नहीं गुरु अमरदास साहब महाराज कहंदे ने कि कहंदे कच्चे सुणदे कच्चे, कच्ची आख वखाणी, कच्चियां नालों टुट जाओ, आओ सिख सतगुरु के प्यारिओ गावो सच्ची बाणी। सच्ची बाणी दे लड़ लगो। बाणी ता गावो गुरु केरी बाणियां सिर बाणी। अज सिख सवाल करदा जी नितनेम किथे तक करिए। प्यारिओ ये भी गल पुछण दी है
मन करदा चौकड़ा ला के 2.5 घंटे बह जाओ, मन करदा बैठे रहो, जिन्ना पढ़िया जाता पढ़ी चलो, पर मन करदा नहीं। नितनेम करो, जे अगे वधा सकते हो वधा लो, जितना नितनेम वधदा वधा लो, जिन्नी तुहाडी प्रैक्टिस है, जिन्ना तुसी वधा सकते हो वधा लो। तो खैर जदों तीजे पातशाह जी कोल बाणी पहुँचती है, हुण देखो चौथे पातशाह जी कोल बाणी पहुँचण लगी है गुरु रामदास साहब जी महाराज कोल। चौथे पातशाह जी कोल पोथियां पहुँचदियां ने, पोथी परमेश्वर का थान। जदों चौथे पातशाह जी कोल पोथी पहुँचती है, उदों भी बड़ा वड्डा रौला पै जांदा है कि गुरता गद्दी ते कौन बैठेगा, बाबा प्रिथी चंद कि गुरु अर्जन साहब महाराज। हुण सोडी खानदान विचों ने, सोडी परिवार विचों ने। एक पासे जदों गुरु के प्यारिओ गुरु रामदास साहब महाराज जी ने गुरु अर्जन साहब महाराज जी नूं तख्त ते बिठाया, ते दूजे पासे बाबा प्रिथी चंद भी अपना धक्के दे नाल ये कह दिता कि गुरु साहब जी मैनू उत्तराधिकारी बना के गए ने, मैं हाँ गुरु। जिथे गुरु अर्जन देव महाराज जी कोल मसंद सन, उथे बाबा प्रिथी चंद ने भी मसंद रखे। लंगर की प्रथा उथे भी बरकरार रही। अपने घर विच कीर्तनीय रख ले। 1577 दे विच गुरु के प्यारिओ अमृतसर नगरे दे कह लिए बई जड़ा 1588 दे विच दरबार साहब दे सरोवर दी संपूर्णता होती है। 88 तो लैके 1601 तक जड़ा हरमंदर साहब जी दी संपूर्णता होती है। 1601 विच हरमंदर साहब जी दी संपूर्णता होती है। उसने भी नाड़ हरमंदर साहब वर्गा अपने गुरु घर बना लिया। हुण संगतां गुमराह होण लग पईयां। बई दोनों ही सोडी कुल विचों दोनों ही पुत्र ने गुरु रामदास जी दे, एक बाबा प्रिथी चंद जी दे गुरु अर्जन साहब महाराज जी। संगतां गुमराह होया करदियां सन, बई कौन है गुरु घर दा असली वारिस, बई असली गुरता गद्दी ते कौन विराजमान है। गुरु अर्जन साहब महाराज जी को सारी वार्ता पहुँचती है। गुरु अर्जन साहब महाराज जी ने भाई गुरदास जी दी ए सेवा लाई, ये ड्यूटी लाई। भाई गुरदास जी नूं कहा कि तुसी रामसर सरोवर के किनारे बह के उथे सारी जितने भी बाणी है उसनों एक ग्रंथ के रूप विच लिखनी आरंभ करो। गुरु के प्यारिओ सब तो पहला गुरु ग्रंथ साहब महाराज जी के कागज जिहड़ा कागज सी ना, वो कश्मीर की धरती तो मंगवाया सी। कश्मीर की धरती तो। दूजी बेनती यह है, हुण बाबा प्रिथी चंद ने गुरु अर्जन साहब जी के तुल सब कुछ खड़ा कर लिया। दरबार भी ओजा बना लिया, मसंद भी रख ले, कीर्तनीय भी रख ले, प्रचारक भी रख ले, पर एक फर्क सी, बाबा प्रिथी चंद नूं बाणी नहीं उचारी जाती सी, उचारनी नहीं आउंदी सी। जिस वेले गुरु अर्जन साहब महाराज जी नूं पता लगा कि बाबा प्रिथी चंद ने अपने पुत्र नूं मेहरबान नूं तखत ते बिठा दिता है। मेहरबान नूं क्या पुत्र मैं सब कुछ गुरु अर्जन दे बराबर कर दिता, पर लोग मैनू हजे भी गुरु मनण नूं तैयार नहीं ने। ते बाबा जिहड़ा मेहरबान सी वो की करया करदे सन, बाणी उचार के ना अपने आप नूं महला 6वां, अपने पिता नूं 7वां महला कर देंदे सन। और नाम भी गुरु नानक साहब का, जिवें अखीर में हुक्मनामा साहब पढ़ते हो ना, नानक शब्द आउंदा है, सेम वही शब्द नानक जी का नाम लैके विच अपनी रचना करके मिलावट करके अपना एक ग्रंथ तैयार कर देना।
ਬਈ ਲੋਕਾਂ ਨੂੰ ਪਤਾ ਨਾ ਲੱਗ ਸਕੇ, ਲੋਕ ਜਾਣਨ ਬਈ ਗੁਰੂ ਰਾਮਦਾਸ ਜੀ ਬਾਬਾ ਪ੍ਰਿਥੀ ਚੰਦ ਨੂੰ ਬਣਾ ਗਏ ਨੇ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ, ਕਾਗਜ਼ ਤਿਆਰ ਹੋਏ। ਭਾਈ ਬੰਨੋ ਜੀ ਪਾਸੋਂ ਕਲਮਾਂ ਦੀ ਸੇਵਾ ਲਏਗੀ, ਭਾਈ ਬੰਨੋ ਜੀ ਪਾਸੋਂ ਕਲਮਾਂ ਘੜਨ ਦੀ ਸੇਵਾ ਜੋ ਉਹਨਾਂ ਨੇ ਕਲਮਾਂ ਘੜ ਕੇ ਲਿਆਉਣੀ ਆ। ਭਾਈ ਬੰਨੋ ਜੀ ਨੇ ਜਿਲਤ ਬੰਨਣ ਦੀ ਸੇਵਾ ਵੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਧਿਆਨ ਰੱਖਣਾ ਜੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਸ ਵੇਲੇ ਬਾਣੀ ਲਿਖਵਾ ਰਹੇ ਨੇ ਨਾ ਭਾਈ ਗੁਰਦਾਸ ਜੀ ਕੋਲੋਂ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਅੰਗਦ ਸਾਹਿਬ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ ਔਰ ਭਗਤ ਬਾਣੀ ਸਾਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੋਲ ਹੈ। ਮੈਂ ਬਾਣੀ ਦਾ ਵੇਰਵਾ ਸਾਂਝ ਕਰਦਾ। 958 ਸ਼ਬਦ 17 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ, 63 ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ, 885 ਸ਼ਬਦ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ, 647 ਸ਼ਬਦ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ, 2312 ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ, 5 ਗੁਰੂ ਸਾਹਿਬਾਨਾਂ ਦੇ ਬਾਣੀ ਲਿਖੀ ਜਾ ਰਹੀ ਹੈ ਰਾਮਸਰ ਸਰੋਵਰ ਦੇ ਕਿਨਾਰੇ ਬਹਿ ਕੇ। 1601 ਤੋਂ ਲੈ ਕੇ, ਧਿਆਨ ਰੱਖਣਾ ਜੀ, 1601 ਤੋਂ ਲੈ ਕੇ ਇਹ ਕਾਰਜ ਆਰੰਭ ਹੁੰਦਾ ਹੈ। ਜਦੋਂ ਬਾਣੀ ਲਿਖੀ ਜਾ ਰਹੀ ਹੈ ਨਾ, ਉਦੋਂ ਪ੍ਰਿਥੀ ਚੰਦ ਨੇ ਹੋਰਾਂ ਨੂੰ ਕਹਿ ਦਿੱਤਾ ਕਿ ਤੁਸੀਂ ਵੀ ਜਾਓ, ਗੁਰੂ ਬਾਣੀ ਲਿਖ ਰਹੇ ਨੇ, ਜਾ ਕੇ ਆਪਣੀ ਰਚਨਾ ਦਿਓ। ਉਸ ਵੇਲੇ 4 ਜਿਹੜੇ ਭਗਤ ਸਨ ਹੋਰ, ਉਹ ਆਪਣੀ ਰਚਨਾ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੋਲ ਆ ਜਾਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਆ ਕੇ ਆਖਦੇ ਨੇ, ਸੱਚੇ ਪਾਤਸ਼ਾਹ ਅਸੀਂ ਸੁਣਿਆ ਤੁਸੀਂ ਬਾਣੀ ਲਿਖਵਾ ਰਹੇ ਹੋ, ਸਾਡੀ ਰਚਨਾ ਨੂੰ ਵੀ ਪ੍ਰਵਾਨ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਰਚਨਾ ਸੁਣਾਉਣ ਲੱਗੇ। 4 ਭਗਤ ਸਨ ਜਿਹੜੇ ਕਾਣਾ, ਪੀਲੂ, ਛੱਜੂ ਤੇ ਸਾਹੂ ਸੈਨ। ਇਹਨਾਂ 4 ਨੇ ਆਪਣੀ ਵਾਰੀ ਕਰਕੇ ਰਚਨਾ ਸੁਣਾਣੀ ਆਰੰਭ ਕੀਤੀ। ਪਹਿਲਾ ਆਖਦਾ ਮੈਂ ਉਹੀ ਰੇ, ਮੈਂ ਉਹੀ ਰੇ, ਜਾ ਕੋ ਜਸ ਵੇਦ ਪੁਰਾਣ ਗਾਵੇਂ। ਮੇਰਾ ਜਸ ਵੇਦ ਪੁਰਾਣ ਗਾਉਂਦੇ ਨੇ, ਮੈਂ ਉਹੀ ਰੇ, ਮੈਂ ਹੋਈ ਰੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੀ ਤੇ ਵਡਿਆਈ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਤੇ ਇਹ ਆਖਦੇ ਨੇ ਕਿ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਨੂੰ ਸਿਫਤ ਸਲਾਹ ਕਰਦੇ ਹਾਂ, ਅਸੀਂ ਕੌਣ ਹੁੰਦੇ ਹਾਂ? ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਔਰ ਤੁਸੀਂ ਕਹਿ ਰਹੇ ਹੋ ਕਿ ਸਾਰੇ ਮੈਨੂੰ ਗਾ ਰਹੇ ਨੇ। ਮਹਾਰਾਜ ਕਹਿੰਦੇ ਤੁਹਾਡੀ ਰਚਨਾ ਪ੍ਰਵਾਨ ਨਹੀਂ ਹੈ। ਦੂਜੇ ਦੀ ਇਹ ਵਿਚਾਰ ਸੀ ਕਿ ਜਿਹੜੀ ਧੀਆਂ ਬਾਰੇ ਉਹ ਆਖਦੇ ਸਨ ਕਿ ਨਾਰੀ ਨੂੰ ਜਿੰਨਾ ਕੁੱਟਿਆ ਜਾਏ ਉਨਾ ਚੰਗਾ ਹੈ, ਜਿੰਨਾ ਲਤਾੜਿਆ ਜਾਏ। ਪਰ ਉੱਥੇ ਗੁਰੂ ਨਾਨਕ ਦੇ ਘਰ ਆਵਾਜ਼ ਕੀ ਆਉਂਦੀ ਹੈ, ਸੋ ਕਿਉ ਮੰਦਾ ਆਖੀ ਹੈ। ਮਹਾਰਾਜ ਜੀ ਨੇ 4 ਨੂੰ ਨਕਾਰ ਦਿੱਤਾ, ਬਈ ਤੁਹਾਡੀ ਜਿਹੜੀ ਲਿਖਤ ਹੈ ਉਹ ਗੁਰੂ ਘਰ ਨਾਲ ਪ੍ਰਵਾਨ ਨਹੀਂ ਹੁੰਦੀ, ਤੁਹਾਨੂੰ ਨਹੀਂ ਪ੍ਰਵਾਨਿਆ ਜਾ ਸਕਦਾ। ਉਹਨਾਂ ਨੂੰ ਬੜੀ ਤਕਲੀਫ ਹੋਈ ਕਿ ਗੁਰੂ ਅਰਜਨ ਨੇ ਸਾਡੀ ਰਚਨਾ ਕਿਉਂ ਨਹੀਂ ਲਿਖੀ। ਹੋਰਾਂ ਦੀ ਰਚਨਾ ਬੜੀ ਛੇਤੀ ਲਿਖ ਲਈ। 15 ਭਗਤ ਸਾਹਿਬਾਨਾਂ ਦੀ ਜਿਹੜੀ ਬਾਣੀ ਸੀ ਉਹਨਾਂ ਨੂੰ ਬੜੀ ਛੇਤੀ ਦਰਜ ਕਰ ਲਿਆ, ਕਿਉਂਕਿ ਉਹਨਾਂ ਦੀ ਜਿਹੜੀ ਵਿਚਾਰ ਸੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਪ੍ਰਵਾਨ ਹੋ ਰਹੀ ਹੈ। ਧਿਆਨ ਰੱਖਣਾ ਜੀ। 4 ਭਗਤ ਸਾਹਿਬਾਨ ਵੀ ਵਾਪਿਸ ਪਰਤ ਕੇ ਨਿਰਾਸ਼ ਹੋ ਕੇ, ਜਿਹੜੇ ਆਪਣੇ ਆਪ ਨੂੰ ਭਗਤ ਅਖਵਾਉਂਦੇ ਸਨ ਪਰ ਮਹਾਰਾਜ ਦੀ ਨਿਗਾਹ ਵਿੱਚ ਪ੍ਰਵਾਨ ਨਹੀਂ ਹੋਏ। ਦੂਜੇ ਪਾਸੇ ਜਦੋਂ ਭਾਈ ਗੁਰਦਾਸ ਜੀ ਲਿਖ ਰਹੇ ਨੇ, ਸੱਚ ਜਾਣਿਓ ਬੜੀ ਕਰੜੀ ਸੇਵਾ 1601 ਤੋਂ ਲੈ ਕੇ 1604 ਤੱਕ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਘਰ ਨਹੀਂ ਪਰਤੇ। ਕੋਠਾ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ ਲਿਖੇ ਜਾਂਦੇ ਸਨ, ਉਹਨਾਂ ਅੰਗਾਂ ਦੀ ਰਖਵਾਲੀ ਵਾਸਤੇ ਆਪ ਸੇਵਾ ਨਿਭਾਉਂਦੇ ਸਨ,
क्योंकि कोई मिलावट ना कर दे। उस वेले जे आपां कह लीए अज दी भाषा विच मिलावट होना आरंभ हो गई सी। कहण दा पाओ कच्ची बाणी नूं ज़्यादा प्रमोट किया जा रहा सी। हुण पोथी परमेश्वर का थान जदों तैयार होंदा है गुरु के प्यारिओ, आद बीड़ कहंदे ने उसनूं, आद बीड़ साहिब। आद बीड़ साहिब 1601 विच लिखणी आरंभ होंदी है, 1604 दे विच संपूर्णता होंदी है आद बीड़ दी। जदों संपूर्णता हुई 15 अगस्त 1604 नूं संपूर्णता हो गई। ते 15 दिन गुरु ग्रंथ साहिब जी दे आद बीड़ दे आपां कह लीए बई जिहड़ा इंडैक्स है ना वो बनन नूं तैयार होया 15 दिन लगे ने। जिहड़ी अगे जानकारी दिती हुई ना रागां दा तत्करा है जिहड़ा, वो रागां दी जानकारी दिती हुई है। होर किहड़ी जानकारी दिती है जी दसो, दस सकदे हो प्यारिओ? रागां दा बेरवा दिता है। होर नाल आपां आरंभ तू खोल के नहीं पढ़ते, शुरू विच दर्शन नहीं करते असी। हर एक तुक दा पहली तुक, हर एक पहली तुक गुरु अर्जन साहिब महाराज जी ने भाई गुरदास जी कोलों वो तुक तत्करा जिहड़ा गुरु ग्रंथ साहिब विच मिलेगा तुहानूं, हर एक पहली तुक दा। कदे दर्शन करना गुरु ग्रंथ साहिब महाराज जी नूं। उस वेले आद बीड़ तैयार हुई। ध्यान रखना, कई विद्वानां दा यह मनना है जिवें अज 1430 अंग ने ना, उस वेले 1430 अंग नहीं सन। उस वेले 1500 1100 इस तरह अंग तैयार होए ने। ये बाद विच जदों बीड़ साहिब छपन लगियां ने, बाद विच 1430 अंग बन गए। खैर गुरु के प्यारिओ, मुकम्मल हुई सेवा। हुण गुरु अर्जन साहिब महाराज जी ने 1 सितंबर नूं क्यों चुने है? इहदे पिछे भी बड़ा वड्डा कारण है, बड़ा वड्डा इतिहास है इहदे पिछे। 15 दिन में जदों ये तैयार होंदा है, तुक तत्करा तैयार हो गया। हुण 1 सितंबर नूं गुरु रामदास साहिब महाराज जी का ज्योति जोत दिहाड़ा सी। 1 सितंबर नूं की सी जी? ज्योति जोत दिहाड़ा। जिवें गुरु गोबिंद सिंह महाराज जी ने खालसे दे विसाखी वाले दिन क्यों चुनिया? विसाखी वाला दिन क्यों चुनिया जी? अप्रैल का महीना ही क्यों चुनिया? 14 तरीक की क्यों चुनी सी? उस वेले खालसा दे सिरजना वाले दिन गुरु नानक साहब जी का प्रकाश गुरपुरब होया सी। चेते रखना जी, गुरु नानक साहब दा गुरु नानक साहब जी का आगमन होया सी खालसा दी सिरजना वाले दिन। एक गुरु गोबिंद सिंह महाराज जी ने इस करके उस दिन नूं चुनिया सी। गुरु अर्जन साहब महाराज जी ने 1 सितंबर इस करके चुनी कि अज दे दिन गुरु रामदास साहब महाराज ज्योति जोत समाए ने। बाबा बुढ़ा साहब जी नूं बुलाया गया, नाल गुरु के सिख ने, संगतां ने। हुण गुरु के प्यारिओ, रामसर सरोवर दे उथों जिथे पावन स्थान है, जिथे आद बीड़ साहब तैयार हो रही है, गुरु अर्जन साहब महाराज जी ने सारिया संगतां नूं, अपने सेवकां नूं, अपने सारे बच्चियां नूं कह लीए नेड़े बुला के कहा भी सवेरे आपां हरमंदर साहब दे अंदर प्रकाश करना है। हरमंदर साहब जी की उसारी भी हो चुकी है। 1 सितंबर नूं गुरु अर्जन साहब महाराज जी ने जदों बाबा बुढ़ा जी नूं बुलाया, कहा कि बाबा जी तुसी बीड़ साहब अपने सिर शीश ते सवार करो। बाबा बुढ़ा साहब जी अमृत वेले सारिया संगतां इकट्ठियां होईयां। गुरु ग्रंथ साहब जी की आद बीड़ साहब नूं शीश ते, पावन शीश ते चुक के अदब सत्कार दे नाल संगतां शब्द गायन करदियां होईयां।
ਗੁਰੂ ਕੇ ਪਿਆਰਿਓ ਹਰਮੰਦਰ ਸਾਹਿਬ ਪਹੁੰਚਦੀਆਂ ਨੇ। ਜਦੋਂ ਬੀੜ ਸਾਹਿਬ ਚੁੱਕਣ ਲੱਗੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਗੁਰੂ ਸਾਹਿਬ ਜੀ ਤੁਸੀਂ ਅੱਗੇ ਚੱਲੋ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬਾਬਾ ਬੁੱਢਾ ਜੀ ਕਹਿਣ ਲੱਗੇ ਤੁਸੀਂ ਅੱਗੇ ਚੱਲੋ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨਹੀਂ ਬਾਬਾ ਜੀ ਦੀ ਬੀੜ ਸਾਹਿਬ ਤੁਸੀਂ ਸੀਸ ਤੇ ਲਵੋ, ਮੈਂ ਪਿੱਛੇ ਚੱਲਾਂਗਾ। ਕਹਿੰਦੇ ਤੁਸੀਂ ਤੇ ਗੁਰੂ ਹੋ। ਕਹਿੰਦੇ ਅੱਜ ਤੋਂ ਬਾਅਦ ਮੈਂ ਗੁਰੂ ਨਹੀਂ, ਜਿਨ੍ਹਾਂ ਨੂੰ ਸੀਸ ਤੇ ਪਾਵਨ ਸੀਸ ਤੇ ਤੁਸੀਂ ਸੇਵਾ ਲਈ ਹੋਈ ਹੈ, ਅੱਜ ਤੋਂ ਬਾਅਦ ਉਹ ਗੁਰੂ ਹੋਣਗੇ, ਮੈਂ ਇਹਨਾਂ ਦਾ ਸੇਵਕ ਹੋਵਾਂਗਾ। ਸੱਚ ਜਾਣਿਓ ਬਾਬਾ ਬੁੱਢਾ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਜੀ ਅੰਦਰ ਪ੍ਰਕਾਸ਼ ਕੀਤਾ, ਕਿਉਂਕਿ ਦੋ ਗੁਰੂ ਨਹੀਂ ਹੋ ਸਕਦੇ, ਗੁਰੂ ਇੱਕੋ ਹੀ ਹੋਣਾ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਪ੍ਰਕਾਸ਼ ਕਰਵਾਇਆ, ਆਪ ਸਾਰੇ ਸੰਗਤੀ ਰੂਪ ਵਿੱਚ ਥੱਲੇ ਬਹਿ ਗਏ ਨੇ। ਪਰ ਅੱਜ ਕੱਲ੍ਹ ਵੇਖ ਲਓ ਪਖੰਡੀ ਜਿਹੜੇ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੁਲ ਬਰਾਬਰ ਲਗਾ ਕੇ ਬੈਠਦੇ ਨੇ ਗੱਦੀਆਂ, ਔਰ ਅਸੀਂ ਜਾ ਕੇ ਐਸੇ ਬਾਬਿਆਂ ਨੂੰ ਮੱਥਾ ਟੇਕ ਦਿੰਦੇ ਹਾਂ, ਸਾਨੂੰ ਸਮਝ ਹੀ ਨਹੀਂ ਆਉਂਦੀ। ਇੰਨੀ ਨਿਮਰਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਅੰਦਰ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉਹਨਾਂ ਨੇ ਗੁਰੂ ਕਹਿਤਾ, ਮੇਰੇ ਗੁਰੂ ਨੇ ਇਹ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਕੇ ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ। ਪਹਿਲਾ ਹੁਕਮਨਾਮਾ ਸਾਹਿਬ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਹਰ ਕੰਮ ਕਰਾਵਣ ਆਇਆ ਰਾਮ। ਗੁਰੂ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਜੀ ਤੱਕ ਭਗਤ ਸਾਹਿਬਾਨਾਂ ਦੀ ਬਾਣੀ ਆਦ ਬੀੜ ਵਿੱਚ ਦਰਜ ਹੋ ਚੁੱਕੀ ਸੀ ਜੀ। ਆਦ ਬੀੜ ਸਾਹਿਬ ਉਹਨਾਂ ਨੂੰ ਕਿਹਾ ਗਿਆ। 1762 ਤੱਕ ਉਹ ਬੀੜ ਸਾਹਿਬ ਗੁਰੂ ਕੇ ਪਿਆਰਿਓ ਦਰਬਾਰ ਸਾਹਿਬ ਵੀ ਰਹੀ ਹੈ, ਗੁਰੂ ਕੀ ਡਰੋਲੀ ਵੀ ਗਈ ਹੈ। ਉਸ ਬੀੜ ਸਾਹਿਬ ਜੀ ਜਦੋਂ ਅਬਦਾਲੀ ਨੇ ਹਮਲਾ ਕੀਤਾ ਨਾ, ਉਹ ਬੀੜ ਸਾਹਿਬ ਅਗਨ ਭੇਟ ਹੋ ਗਈ ਸੀ। ਉਸ ਤੋਂ ਬਾਅਦ ਹੋਰ ਅਨੇਕਾਂ ਉਤਾਰੇ ਬੀੜ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਨੇ ਆਪਣੇ ਸਮੇਂ ਵਿੱਚ ਕਰਵਾ ਕੇ ਥਾਵਾਂ ਥਾਵਾਂ ਤੇ ਨਗਰ ਨਗਰ ਵਿੱਚ ਜਾ ਕੇ ਆਦ ਬੀੜ ਸਾਹਿਬ ਦੇ ਜਿਹੜੇ ਹੋਰ ਆਪਾਂ ਕਹੀਏ ਸਰੂਪ ਸਨ, ਹਰ ਥਾਂ ਤੇ ਹਰ ਇਤਿਹਾਸਿਕ ਗੁਰਦੁਆਰੇ ਵਿੱਚ ਬਈ ਹਰ ਥਾਂ ਤੇ ਜਾ ਕੇ ਗੁਰੂ ਸਾਹਿਬ ਨੇ ਭੇਜ ਦਿੱਤੇ ਸਨ, ਤਾਂ ਕਿ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਸਕਣ। ਐਸਾ ਕੀਮਤੀ ਖਜ਼ਾਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਦਿੱਤਾ ਹੈ, ਐਸਾ ਕੀਮਤੀ ਖਜ਼ਾਨਾ। ਦੂਜੇ ਪਾਸੇ ਆਪਾਂ ਜਦੋਂ ਗੱਲ ਕਰਦੇ ਹਾਂ 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, ਇਹਨਾਂ ਗੁਰੂ ਸਾਹਿਬਾਨਾਂ ਨੇ ਬਾਣੀ ਨਹੀਂ ਉਚਾਰੀ। ਇਹਦਾ ਮਤਲਬ ਇਹ ਨਾ ਸੋਚਿਓ ਬਈ ਬਾਣੀ ਦੀ ਉਚਾਰੀ ਤੇ ਇੱਕ ਗੁਰੂ ਨਹੀਂ ਨੇ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਆਕਾਰ ਇੱਕ ਤੋਂ ਲੈ ਕੇ 10 ਜਾਮਿਆਂ ਤੱਕ ਤਬਦੀਲ ਹੋਏ ਨੇ, ਪਰ ਵਿਚਾਰ ਵਿੱਚ ਕੋਈ ਫਰਕ ਨਹੀਂ, ਵਿਚਾਰ ਇੱਕੋ ਹੀ ਹੈ। ਹੁਣ ਕੋਈ ਆਪਣੇ ਭਾਣੇ 11ਵਾਂ ਗੁਰੂ, 12ਵਾਂ ਗੁਰੂ, 13ਵਾਂ ਗੁਰੂ ਬਣਾਈ ਜਾਣ ਦੋ, ਸਾਨੂੰ ਤੇ ਇੱਕੋ ਗੱਲ ਕਹੀ ਹੈ, ਸਿੱਖਾ ਤੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ। ਤੇਰਾ ਗੁਰੂ ਕੌਣ ਹੈ? ਗੁਰਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਅਸੀਂ ਕਿਸੇ ਅੱਗੇ ਸੀਸ ਨਹੀਂ ਝੁਕਾਣਾ। ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨਾ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨ ਆਵੇ ਵੱਧ ਦੋ ਜਾਏ। ਐਸਾ ਕੀਮਤੀ ਖਜ਼ਾਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕਰ ਦਿੱਤਾ, ਆਪਣੇ ਕੋਲ ਨਹੀਂ ਰੱਖਿਆ। ਔਰ ਇੰਨੀ ਨਿਮਰਤਾ, ਤੁਸੀਂ ਹੁਣੇ ਬਚਨ ਸੁਨੇ ਸਨ ਸ਼ਲੋਕਾਂ ਦੇ ਅਖੀਰ ਦੇ ਵਿੱਚ,
इन्ना कुछ महान कारज करन तो बाद गुरु अर्जन साहब महाराज की आख रहे ने कि तेरा कीता जातो नहीं मैनो जोग की तोई मैं निर्गुण यारे को गुण नहीं आपे तरस प्योई। सच्चे पातशाह एक कारज ए सेवा तुसी आप लई है, मैं कुछ भी करन दे समर्था नहीं मेरे कोल, मैं कुछ भी करन दे जोग नहीं, मैं निर्गुण हारे को गुण नहीं आपे तरस प्योई। सच्चे पातशाह जी बाणी दे बोहित होवन 2312 शब्द गुरु अर्जन साहब महाराज जी दे सब तो ज्यादा बाणी जे गुरु ग्रंथ साहब विच 2312 शब्द। और इन्ना कीमती खजाना बख्शण वाले सतगुरु आखरे ने कि मैं तो कुछ किया ही नहीं, मैं कुछ करन दे योग नहीं। आखदे ने एक नगर विच ना एक बहुत वड्डा अमीर घराना सी ते बच्चियां ने सुनिया ना करनी, बापू ने कोल बुलाना, बच्चियां ने सुननी नहीं, बच्चियां ने बापू दी कित्थे सुननी। एक दिन बापू जी संसार छड़ के चले गए। बापू ने क्या करना पुत्रो, मेरे को खजाना है। बापू ने रोज खजाने दे ऊपर ना साफ करना, अगरबत्ती लानी, मिट्टी कट्टा झाड़ना, अपने बच्चों को भी क्या करना तुसी भी ये करो, इहदे च खजाना है। हुण बापू कर गया चढ़ाई तो बच्चों की हालत ऐसी हो गई, दर दर ते मंगते फिरन, दर दर ते मंगते फिरन। एक दिन एक फकीर आया, बाबा आया, कहने लगा तुहाडा बापू क्या करदा सी, मेरे को बहुत वड्डा खजाना है, तुसी खोल के देखिया? कहते नहीं। कहते खोल के ते वेखो, दर दर ते भटकदे फिरदे हो, मंगदे फिरदे हो, खोल के तां वेखो। बच्चियां ने देखिया, खोल के वेख्या ते अंदर बड़ा कीमती खजाना पिया सी। बड़े खुश होए वेख के, मना साडे कोल ते पहनण जोगे तन ते कपड़े भी नहीं सी, खाण जोगे रोटी भी नहीं सी, मंग मंग के खाउंदे सां। साडे ते घर विच ही बापू ने कीमती खजाना रखिया, सानू पता ही नहीं। सच जाणियो ये साडी हालात है, साडे हालात ने। सानू गुरु अर्जन साहब महाराज जी खजाना दे गए सन कीमती, असी रुमाले सोहने चढ़ाते, अगरबत्तियां कर दित्तियां, बड़ी सोहनी डेकोरेशन कर दी, 4 गेड़े मार ले, 4 परिक्रमा कर लियां, बस सोचिया बस इत्थे तक ही है। कदे रुमाला चुक के पढ़न की कोशिश नहीं की। असीं तो इत्थे तक कह देंदे आ बई इनू अधिकार नहीं, उन्नू अधिकार नहीं, सब नू अधिकार है प्यारिओ। बाणी पढ़ने वास्ते किसी नू रोक नहीं सकते। जे असीं पहले ही कहिए हुण कोई किताब पढ़नी होए, इस्लाम की किताब पढ़नी होए तो कहिए बई पहले तू इस्लाम धारण कर फिर तू इस किताब पढ़ेगा, नहीं प्यारिओ। जे किसी ने सिख धर्म नू जानना होए तो उन्होंने पहले कहिए बई तू पहले सिख बन तो फिर सिक्खी दी विचार तू पढ़ी। पहले पढ़ेगा तो उस तो बाद ही मन करेगा, उसका बन जाएगा। तो खैर गुरु के प्यारिओ, मैं बेनती कर रहा सी कि गुरु साहब सानू कीमती खजाना दे गए ने, असी आउंदे आ, अगरबत्ती ला लई, होर बड़ा कुछ कर लिया, बड़ियां सोहणियां सोहणियां परफ्यूमा इतर छिड़क के चले जाते आ, पर सच जानियो कदे गुरु ग्रंथ साहब जी नू अंदरों खोल के पढ़िया नहीं। जे पढ़ भी लिया तो फिर विचारिया नहीं। जे पढ़िया होंदा ना, अज इन्ने पखंडी बाबे उठते ना, पढ़े लिखे लोग वेखो किवें वहमी भरमां विच डुबे हुए ने, जिथों गुरु नानक साहब ने सानू कढ़िया सी। असी बड़े चाह दे नाल गुरु ग्रंथ साहब जी महाराज अपने घर लैके जाते हैं, प्यू दादे का खजाना है। बड़े चाह दे नाल बच्चे का विआह करना होंदा जी, पाठ रखना है जी, चंगी गल है।
थोड़ी देर बाद जो भोग पै जाता छेती करो बाबा जी नूं लै जाओ, बोतलां भी खोलियां ने, बाबे दी सुनी कित्थे है? क्यों रखवाया सी पाठ? जे बोतलां ही खोलियां सी तो फिर क्यों रखवाया सी पाठ? बाबा जी ने कहा सी बाणी दे अंदर, जित पीता मत दूर होए, बरल पवै विच आए, अपरा परायण पछाणे कसमों धक्के काए। ये गल सुनी नहीं तू बाबा जी दी? बह के सुनिया ही नहीं पाठ? इहदा मतलब, इहदा मतलब नहीं सुनिया। हर प्रभ मेरे बाबुला हर देवो दान में दाजो। जे तू सुनिया हुंदा ते कुड़ियां वालियां कोल दाज ना मंगदा, तू लिस्ट ना एडी वड्डी रखदा। तू सुनी नहीं बापू दी गल, तू खजाने नूं कदे देखिया ही नहीं, बाहर ही भटकदा रहा। फिर उन्हां लोगां ने साडा रज के फायदा चुकिया साडा। फिर बाद विच रोंदे आ जी लुट लिया, मारता, ये करता, वो करता। इस करके गुरु ग्रंथ साहब जी दे लड़ लगिए। पखंडियां दे लड़ लगोगे ना, साडे घर धीआं पैणा मावां ने, साडे घर विच गुरु ग्रंथ साहब दा प्रकाश होवे ना, साडियां बच्चियां, साडियां मावां, साडियां भैणां अद्धी राती कमरे विच चली जान, साडे मन विच कोई शंका नहीं आना। क्यों? क्योंकि साडी बच्ची गुरु कोल गई है। किदे कोल गई है? शब्द गुरु कोल गई है। जे बाबे कोल गई होएगी ना, फिर साडे मन विच कितने दुचित्तापन पैदा हो जाएगा। होंदा भी यही है। इसी करके बाणी विच गुरु साहब ने की किया है कि मानुख की टेक बिरथी सब जान। 1705 विच 1708 विच गुरु साहब ने क्यों कहता जी कि सब सिखन को हुक्म है, गुरु मान्यो ग्रंथ। और कमाल दी गल वेखो, पहले गुरु साहब तो लैके 10वें पातशाह जी तक किसी गुरु ने यह नहीं आखिया कि मैं सिखो तुहाडा गुरु हाँ। इको गल आखी कि बाणी गुरु है, शब्द गुरु है। बाणी दे नाल जुड़ो, बाणी दे नाल जुड़ो, अकाल पुरख की सिफत करो। 5 गुरु साहबाना की बाणी आदि बीड़ साहब विच दर्ज सी। गुरु गोबिंद सिंह महाराज जी ने गुरु तेग बहादुर साहब जी की पवित्र बाणी 116 शब्द 57 श्लोक 15 रागां विच वाहिगुरू किरपा करन 15 रागां विच जिहड़ी उन्हां दी बाणी सी वो गुरु गोबिंद सिंह महाराज जी ने बाद विच दर्ज करवाई सी। गुरु के प्यारिओ, ऐसे महान सतगुरु गुरु ग्रंथ साहब महाराज जी का पहला प्रकाश गुरपुरब मना रहे हाँ। बाणी नूं आप पढ़ीए, गुरबाणी नूं आप समझीए, आपन हत्ती आपना आप ही काज सवारीए। सानू गुरबाणी दे लड़ लगण दी लोड़ है, क्योंकि जे असीं सच्चे गुरु नूं मनदे आ, मनदे नहीं हाँ प्यारिओ, गुरु नूं ते मनदे आ पर गुरु दी नहीं मनदे, असीं गुरु दी नहीं मनदे। इस करके मैं हैरान हो जांदा, साडे गुरु साहबाना का इतिहास पढ़ते किन्नी निमरता है। जिस वेले गुरु गोबिंद सिंह महाराज ने अमृत छकाया सी ना, 5 प्यारिਆਂ ਨੂੰ छका दिता तो कह देंगे भी मैनू लोड़ नहीं आउण, मैं तो गुरु हाँ। महाराज कह देंगे लोड़ नहीं, मैं गुरु हैगा। पर नहीं, आप हथ अड के झोली अड के 5 ਨੂੰ कहते तुसी सिंह बन गए हो, मैनू गोबिंद राय तू गोबिंद सिंह बना दियो, मैनू भी अमृत दी दात दे दियो। लोग ये ना आखण कि गुरु गोबिंद सिंह ने अमृत दे दिता, आप नहीं छकिया। गुरु साहब ने आप भी उन्हां तो ये बख्शिश प्राप्त की। सो महान सतगुरु गुरु ग्रंथ साहब जी का अज आपां प्रकाश गुरपुरब बना रहे हैं। सच जानियो, साडे मनां विच प्रकाश होया है कि नहीं होया? नहीं होया। मैं कल परसों भी बेनती की सी, घरां विच स्वरूप साहब रखने बड़ी सौखी गल है, बहुत सौखी गल है। कमरा बना लो, एक बीड़ साहब ले आओ तो रोज़ सवेरे शामी प्रकाश कर लिया करो। पर अपने मन विच असी अज तक प्रकाश नहीं किया। जे अज तक प्रकाश किया होंदा ना तो असी वहमां भरमां विच नहीं होंदे। बच्चे का विआह करना है, असी गुरु साहब को नहीं पुछते, असी बाबियां कोल पुछते हैं, पुजारियों कोल पुछते हैं। ये की है? वहम भरम नहीं है। बड़े वहम करते हैं असी, जिन्हां वहमां भरमां तो सानू गुरबाणी ने गुरु साहब जी ने कढ़िया। क्योंकि प्यारिओ, असी जोर दिता है केवल पढ़न ते, तोता रटन ते जोर दिता है भाई, इन्हें तो करना ही करना। टारगेट है पूरा सुखमणी साहब करना ही करना है। जे पूरा ना किया तो गुरु अर्जन साहब की खुशी नहीं मिलनी। ये नहीं कहते भी पूरे की जगह 2
ਭਾਵ ਕਿ ਅਸ਼ਟਪਦੀਆਂ ਦੇ ਅਰਥ ਸਮੇਤ ਹੀ ਪੜ੍ਹ ਲਈਏ। ਠੀਕ ਹੈ, ਕਥਾਵਾਚਕ ਨੇ ਆਪਣੀ ਜਗ੍ਹਾ ਕੰਮ ਕਰਨਾ ਹੈ ਪਿਆਰਿਓ, ਪਰ ਅਸੀਂ ਆਪਣਾ ਕੰਮ ਤੇ ਕਰੀਏ। ਜੇ ਗੁਰਬਾਣੀ ਦੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਅਰਥਾਂ ਸਮੇਤ ਨਾ ਪੜ੍ਹੀ, ਜੇ 38 ਪੜ੍ਹ ਲਈਆਂ, ਮੈਨੂੰ ਲੱਗਦਾ ਇੱਕ ਪੜ੍ਹ ਲਓ ਉਹ ਵਧੀਆ ਜੇ ਅਰਥਾਂ ਸਮੇਤ। 38 ਪੜ੍ਹ ਕੇ ਜੇ ਸਮਝ ਹੀ ਨਹੀਂ ਆਈ, ਕੇਵਲ ਰਸਨਾ ਨੂੰ ਹੀ ਗੇੜੇ ਦਿਵਾਣੇ ਨੇ, ਉਹ ਵੱਖਰੀ ਗੱਲ ਹੈ ਸਾਡੀ। ਇਸ ਕਰਕੇ ਅੱਜ ਕੱਲ੍ਹ ਸਾਡੇ ਕੋਲ ਸਭ ਸੁਵਿਧਾਵਾਂ ਫੋਨ ਵਿੱਚ ਹੈਗੀਆਂ ਨੇ, ਮੋਬਾਈਲ ਵਿੱਚ ਪੜ੍ਹ ਸਕਦੇ ਹਾਂ, ਗੁਰਦੁਆਰਾ ਸਾਹਿਬ ਵਿੱਚ ਪੋਥੀਆਂ ਵੀ ਹੈਗੀਆਂ ਨੇ। ਭਾਵੇਂ ਗੁਰਦੁਆਰੇ ਆਉਂਦੇ ਆ 5-10 ਮਿੰਟ ਬਹਿ ਕੇ ਸ਼ਬਦ ਅਰਥ ਜ਼ਰੂਰ ਦੇਖਿਆ ਕਰੀਏ। ਜਿੰਨਾ ਚਿਰ ਤੱਕ ਸ਼ਬਦ ਦੇ ਮੀਨਿੰਗ ਦੇ ਅਰਥ ਨਹੀਂ ਪਤਾ ਨਾ, ਉਹਨਾਂ ਚਿਰ ਤੱਕ ਸਾਡੇ ਉੱਪਰੋਂ ਗੱਲਾਂ ਜਾਣੀਆਂ ਨੇ। ਜਿਵੇਂ ਬੰਦਾ ਕੋਈ ਇੰਗਲਿਸ਼ ਬੋਲੀ ਜਾਏ ਨਾ, ਹੁਣ ਜਿਹਨੂੰ ਇੰਗਲਿਸ਼ ਬਾਰੇ ਪਤਾ ਹੀ ਨਹੀਂ, ਸਾਡੇ ਵਰਗਿਆਂ ਨੂੰ ਤਾਂ ਉੱਤੋਂ ਹੀ ਲੰਘਣੀ ਹੈ, ਜੋ ਮਰਜ਼ੀ ਬੋਲੀ ਜਾਏ ਕੋਈ। ਇਵੇਂ ਗੁਰਬਾਣੀ ਦੀ ਗੱਲ ਹੈ, ਜਿੰਨਾ ਚਿਰ ਤੱਕ ਸਾਨੂੰ ਇੱਕ ਇੱਕ ਸ਼ਬਦ ਦੇ ਅਰਥ ਨਹੀਂ ਪਤਾ, ਉਹਨਾਂ ਚਿਰ ਤੱਕ ਸਾਡੇ ਉੱਪਰੋਂ ਲੰਘ ਜਾਣੀ ਹੈ। ਤਾਂ ਹੀ ਤਾਂ ਸਾਨੂੰ ਸਮਝ ਨਹੀਂ ਆਉਂਦੀ ਗੁਰਬਾਣੀ ਦੀ, ਤਾਂ ਹੀ ਸਾਡਾ ਮਨ ਛੇਤੀ ਕੀਤਿਆਂ ਗੁਰਬਾਣੀ ਨਾਲ ਜੁੜਦਾ ਨਹੀਂ। ਸੋ ਗੁਰੂ ਕੇ ਪਿਆਰਿਓ, ਸਾਨੂੰ ਲੋੜ ਹੈ ਗੁਰਬਾਣੀ ਦੀ ਪੋਥੀਆਂ, ਗੁਟਕੇ ਸਾਹਿਬ, ਸੰਚੀਆਂ ਗੁਰਦੁਆਰਾ ਸਾਹਿਬ ਸਭ ਅਵੇਲੇਬਲ ਨੇ। ਥੋੜਾ ਦੇਰ 5 ਮਿੰਟ 10 ਮਿੰਟ ਆਪਣੇ ਮੋਬਾਈਲ ਤੋਂ ਵੀ ਕੱਢ ਕੇ ਪੜ੍ਹ ਸਕਦੇ ਹਾਂ, ਕਿੰਤੂ ਪਰੰਤੂ ਵਿੱਚ ਨਹੀਂ ਪੈਣਾ। ਪਰ ਮੋਬਾਈਲ ਤੋਂ ਨਹੀਂ ਕੱਢਣਾ ਜੀ, ਇਹ ਸਤਿਕਾਰ ਘਟਦਾ ਪਿਆਰਿਓ। ਸਗੋਂ ਗੁਰਬਾਣੀ ਨਾਲ ਜੁੜਦੇ ਰਹੇ ਹਾਂ ਨਾ ਅਸੀਂ, ਇਹ ਗੱਲ ਨਹੀਂ ਵੇਖਦੇ। ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਸੁਣੀਏ, ਅਰਥਾਂ ਸਮੇਤ ਪੜ੍ਹਨਾ ਆਰੰਭ ਕਰੀਏ, ਤਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਸਮਝ ਆਏ, ਸਾਨੂੰ ਕੋਈ ਦੂਜਾ ਭਰਮਾ ਨਾ ਸਕੇ। ਜਿਹੜੀ ਸੁਹਾਗਣ ਹੁੰਦੀ ਹੈ ਨਾ, ਪਤੀ ਭਾਵੇਂ ਕਮਰੇ ਵਿੱਚ ਬੰਦ ਹੋਵੇ ਨਾ, ਆਵਾਜ਼ ਸੁਣ ਕੇ ਦੱਸ ਦਿੰਦੀ ਹੈ ਇਹ ਮੇਰਾ ਪਤੀ ਹੈ, ਇਹ ਮੇਰਾ ਪਤੀ ਹੈ। ਪਰ ਸੱਚ ਜਾਣੋ, ਸਾਨੂੰ ਤੇ ਅੱਜ ਇੰਨੀਆਂ ਰਲ ਗੱਡ ਕਰ ਦਿੱਤੀ ਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਵੀ ਇਹ ਗੁਰਬਾਣੀ ਵਿੱਚ ਲਿਖਿਆ ਕਿ ਨਹੀਂ ਲਿਖਿਆ। ਜਿਵੇਂ ਮੈਂ ਪੁੱਛ ਹੀ ਲਾਵਾਂ ਨਾ ਗੁਰੂ ਕੇ ਪਿਆਰਿਓ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਹੜੀ ਥਾਂ ਤੇ ਲਿਖਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਈ ਤੇ ਭੁਲੇਖੇ 'ਚ ਪੈ ਜਾਣਗੇ ਲਿਖਿਆ ਵੀ ਹੈ ਕਿ ਨਹੀਂ ਲਿਖਿਆ, ਭੁਲੇਖੇ 'ਚ ਪੈ ਜਾਣਗੇ। ਕਿਉਂਕਿ ਸਾਨੂੰ ਲੋੜ ਹੈ, ਗੁਰੂ ਘਰ ਆਉਂਦੇ ਹੋ ਸਵਾਲ ਲੈ ਕੇ ਆਇਆ ਕਰੋ। ਗ੍ਰੰਥੀ ਸਿੰਘ ਜੀ ਪਾਸੋਂ, ਭਾਈ ਜਿਹੜਾ ਵੀ ਤੁਹਾਨੂੰ ਲੱਗਦਾ ਹੈ ਉਹਨਾਂ ਨੂੰ ਸਵਾਲ ਕਰਿਆ ਕਰੋ ਪਿਆਰਿਓ। ਗੁਰਬਾਣੀ ਦੀ ਇਤਿਹਾਸ ਵਿੱਚੋਂ ਪੁੱਛਿਆ ਕਰੋ। ਕੇਵਲ ਇਹ ਨਹੀਂ ਵੀ ਆਏ, 4 ਪਰਿਕਰਮਾ ਕੀਤੀਆਂ, ਮੱਥਾ ਟੇਕਿਆ ਤੇ ਲੈ ਗਏ ਪ੍ਰਸ਼ਾਦ, ਪਰ ਅਸਲੀ ਜਿਹੜਾ ਲੈ ਕੇ ਜਾਣਾ ਸੀ ਉਹ ਤੇ ਇੱਥੇ ਹੀ ਛੱਡ ਗਿਆ ਸੀ। ਜੋ ਨਾਲ ਲੈ ਕੇ ਜਾਣਾ ਸੀ ਚਾਨਣ, ਗੁਰੂ ਸਾਹਿਬ ਜੀ ਦਾ ਪ੍ਰਕਾਸ਼, ਉਹ ਇੱਥੇ ਹੀ ਰਹਿ ਜਾਂਦਾ ਸਾਡੇ ਕੋਲ, ਉਹ ਨਹੀਂ ਘਰ ਲੈ ਕੇ ਜਾ ਪਾਉਂਦੇ ਆਪਾਂ। ਇਸ ਕਰਕੇ ਲੋੜ ਹੈ ਸਾਨੂੰ ਆਪਣੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਏ। ਐਵੇਂ ਨਹੀਂ, ਬਾਬਾ ਗੁਰਦਾਸ ਜੀ ਨੇ ਕਿਹਾ ਸੀ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਗ ਵਿੱਚ ਤੇ ਚਾਨਣ ਹੈ, ਪਰ ਸਾਡੇ ਜੀਵਨ ਵਿੱਚ ਚਾਨਣ ਨਹੀਂ ਹੈ। ਜੀਵਨ ਵਿੱਚ ਚਾਨਣ ਤਾਂ ਹੋਏਗਾ ਜਦੋਂ ਅਸੀਂ ਬਾਣੀ ਦੀ ਲੜ ਲੱਗਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਸਤਿਗੁਰ ਕਿਰਪਾ ਕਰਨ, ਬੇਅੰਤ ਭੁੱਲਾਂ ਦੀ ਖਿਮਾ। ਇਤਿਹਾਸ ਦੀ ਜਾਣਕਾਰੀ ਸਾਂਝ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ। ਸਦਾ ਸਦਾ ਇਹ ਭੁੱਲਣਹਾਰ, ਨਾਨਕ ਰਾਖਣਹਾਰ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਓ ਹਰਿ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੁਵਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰ ਤੇਰਾ ਕਰ ਸਭ ਸਵਾਰਨਾ। ਸਭਨਾ ਗਲਾ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੁਵਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ ਸਦਾ ਸਿਵ ਸਲਾ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਧਾਰੋ।
साच नाम आधार मेरा जिन भुखा सब गवाइया कर शांत सुख मनाए वस्या जिन इच्छा सब सदा कुर्बान किता गुर बेटो जिस दियां ए वड्याइया सुनो संतो प्यारो साचा धार मेरा जिन भुखा सब गवाइया कर शांत सुख मनाए वस्या जिन इच्छा सब बुझाइया सदा कुर्बान किता गुर बेटो जिस दियां वड्याइयां कह नानक सुनो संतोष बतरो प्यारो साचा नाम मेरा आधार वाजे पंच शब्द घर सुभागे घर सुभागे शब्द वाजे कला जिद कर तारिया पांच दूत उदवास कीते काल कंटक तुर करम पाया तुद जिनको नाम हर कै लागे कह नानक तह सुख हुआ तित कर आनंद सुनो मनोरथ पार ब्रह्म प्रभ पाया उतरे सगल विश्व दुख रोग संताप उतरे सुनी सचे बाणी संत साजन पूरे गुर ते जानी सुनते पुनित कहते पवित्र बिनवंत नानक गुर चरण लागे वाजे अनहद तू श्लोक पवन गुरु पाणी पिता माता तरत दिवस रात दोय दाई दाया खिलै सगल चंगियाइयां बुरियाइयां वाचै धर्मंग दूर करमी आप अपनी के नड़ के जिन्नी नाम ते आए आगे मशक्कत काल नानक ते मुख उजले कहती छुटे नाल जिन्नी नाम ते आए गए मशक्कत काल नानक ते कहते छोटी नाल। वाहिगुरु जी का वाहिगुरु जी की।